वंदो श्री चरणार वृंद, श्री परमहंस अवतार। परम हितैषी जगत के, अग जग तारनहार। सतगुरु दाता भक्ति के, सर्व सुखों की खान। मुक्त हस्त से दे रहे, सतगुरु भक्ति दान। सतगुरु चरणों में मिले, शाश्वत सुख अनंत। परम शांति भंडार हैं, श्री प्रभु आनंद कंद। बोल मेरे सतगुरा की जय, बोल भई सब संतन की जय। ਮਾਨਵ ਜਨਮ ਦੇ ਅਮੁੱਲਿਆ ਉਪਹਾਰ ਨੂੰ ਅਗਿਆਨਤਾ ਦੇ ਅੰਧਕਾਰ ਦੇ ਵਿੱਚ ਨਸ਼ਟ ਨਾ ਕੀਤਾ ਜਾਏ, ਇਸ ਲਈ ਮਹਾਂਪੁਰਸ਼ ਰੋਸ਼ਨੀ ਦਾ ਮੀਨਾਰ ਬਣ ਕੇ, ਪ੍ਰਕਾਸ਼ ਸਤੰਭ ਬਣ ਕੇ ਇਸ ਧਰਤੀ ਤੇ ਪ੍ਰਗਟ ਹੁੰਦੇ ਹੈ ਔਰ ਮਾਨਵ ਜਨਮ ਨੂੰ ਆਪਣੇ ਮੂਲ ਸਵਰੂਪ ਦੀ ਪਹਿਚਾਨ ਕਰਵਾਉਂਦੇ ਨੇ, ਜਿਸ ਅਸਲ ਸੁਖ ਨੂੰ ਪਾਉਣ ਦੀ ਚਾਹ ਅੰਤਰ ਆਤਮਾ ਦੇ ਵਿੱਚ ਵਿਦਿਆਮਾਨ ਰਹਿੰਦੀ ਹੈ, ਜੋ ਅਗਿਆਨਤਾ ਦੇ ਪਰਦੇ ਨਾਲ ਟਕੀ ਹੋਈ ਹੁੰਦੀ ਹੈ ਔਰ ਦੁੱਖ ਸਵਰੂਪ ਦਿਖਾਈ ਦਿੰਦੀ ਹੈ ਔਰ ਅਨੁਭਵ ਹੁੰਦੀ ਹੈ। ਜਦੋਂ ਉਸ ਤੋਂ ਪਰਦਾ ਹਟ ਕੇ ਸੁਖ ਦਾ ਮਾਰਗ ਦਿਖਾ ਕੇ ਗਿਆਨ ਦਾ ਦੀਪ ਜਗਾਉਣ ਦੇ ਲਈ ਸੰਤ ਸਤਿਗੁਰੂ ਇਸ ਸੰਸਾਰ ਦੇ ਵਿੱਚ ਅਵਤਰਿਤ ਹੁੰਦੇ ਹੈ। ਹਰ ਘਟ ਦੇ ਵਿੱਚ ਗਿਆਨ ਦੀ ਰੋਸ਼ਨੀ ਜਗਾਉਣ ਦੇ ਲਈ ਸਾਧਮ ਨਿਯਮ ਬਣਾਉਂਦੇ ਹੈ, ਸੰਸਕਾਰੀ ਅਧਿਕਾਰੀ ਆਤਮਾ ਨੂੰ ਉਸ ਰਸਤੇ ਤੇ ਚਲਾਉਂਦੇ ਹੈ। ਸਤਪੁਰਸ਼ਾਂ ਦੇ ਵਚਨ ਹੈ, ਜਗਤ ਜਨਾਇਓ ਜੇ ਹੀ ਸਕਲ, ਸੋ ਗੁਰ ਪ੍ਰਗਟਿਆਏ। ਜਿਨ ਗੁਰੂ ਆਖੀ ਨਾ ਦੇਖਿਆ, ਸੋ ਗੁਰੂ ਦਿਆ ਲਖਾਏ। ਆਦਿ ਨਾਮ ਨਿਜ ਸਾਰ ਹੈ, ਬੂਝ ਲਿਓ ਸੋ ਹੰਸ। जिन जान्यो निज नाम को, अमर भयो सो बंस। बोल मेरे सैती गुरा की जय। परम संत श्री कबीर साहब जी फरमान कर रहे ने कि संसार दे रचयिता परमात्मा दे ਭੇਦਾਂ ਨੂੰ, परमात्मा दे ਭੇਦਾਂ ਨੂੰ ਦੱਸਣ ਵਾਲੇ, ਯਾਨੀ ਕਿ परमात्मा ਦੇ ਨਾਲ ਮਿਲਾਉਣ ਵਾਲੇ ਸੰਤ ਸਤਿਗੁਰੂ ਜਗਤ ਦੇ ਵਿੱਚ ਪ੍ਰਗਟ ਹੁੰਦੇ ਹੈ। ਨਿਰਗੁਣ ਨਿਰਾਕਾਰ ਪਰਮਾਤਮਾ ਦੇ ਸਵਰੂਪ ਨੂੰ ਇਹਨਾਂ ਅੱਖਾਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਸਤਿਗੁਰੂ ਉਸੀ ਨਿਰਗੁਣ ਸਵਰੂਪ ਦਾ ਦਰਸ਼ਨ ਸਾਡੇ ਅੰਦਰ ਘਟ ਭੀਤਰ ਕਰਵਾ ਦਿੰਦੇ ਹੈ, ਯਾਨੀ ਕਿ ਗਿਆਨ ਚਕਸ਼ੂ ਸਾਨੂੰ ਬਖਸ਼ ਕੇ ਉਸ ਮਾਲਿਕ ਦਾ ਦੀਦਾਰ ਕਰਵਾ ਦਿੰਦੇ ਹੈ। ਸਤਿਗੁਰੂ ਜੀਵ ਨੂੰ ਨਾਮ ਦੀ ਦੀਕਸ਼ਾ ਦਿੰਦੇ ਹੈ। ਜੋ ਪ੍ਰਾਣੀ ਉਹਨਾਂ ਦੇ ਉਪਦੇਸ਼ ਅਨੁਸਾਰ ਨਾਮ ਦੀ ਕਮਾਈ ਕਰਕੇ ਆਪਣੇ ਘਟ ਦੇ ਵਿੱਚ ਪ੍ਰਕਾਸ਼ ਕਰ ਲੈਂਦਾ ਹੈ, ਉਹੀ ਹੰਸ ਰੂਪ ਬਣ ਜਾਂਦਾ ਹੈ। ਜਿਸ ਨੇ ਇਸ ਸਾਰ ਤੱਤਵ ਨੂੰ ਜਾਣ ਲਿਆ, ਨਾਮ ਸ਼ਬਦ ਦੇ ਵਿੱਚ ਲਿਵ ਲਗਾ ਕੇ ਲਕਸ਼ੇ ਨੂੰ ਪਾ ਲਿਆ ਔਰ ਅਮਰ ਤੱਤਵ ਨੂੰ ਪਾ ਕੇ ਕ੍ਰਿਤਾਰਥ ਹੋ ਗਿਆ ਔਰ ਜੋ ਵੀ ਉਹਦੇ ਸੰਪਰਕ ਦੇ ਵਿੱਚ ਆ ਗਿਆ, ਉਹਦੀ ਸੰਗਤੀ ਦੇ ਵਿੱਚ ਆ ਗਿਆ, ਅਨੇਕਾਂ ਜੀਵਾਂ ਨੇ ਕਲਿਆਣ ਦਾ ਪਥ ਅਪਣਾ ਕੇ ਆਪਣੇ ਜੀਵਨ ਨੂੰ ਧਨ ਧਨ ਬਣਾ ਲਿੱਤਾ। ਸੰਤ ਮਹਾਂਪੁਰਸ਼ ਪਰਮਾਤਮ ਸਵਰੂਪ ਹੈ, ਜੀਵਾਂ ਨੂੰ ਸਮਝਾਉਂਦੇ ਹੈ ਕਿ ਆਤਮਾ ਅਨੰਤ ਸ਼ਕਤੀ ਦਾ ਭੰਡਾਰ ਹੈ। ਉਸ ਦੀ ਪਹਿਚਾਨ ਨਾ ਹੋਣ ਦੇ ਨਾਲ ਜੀਵ ਉਸ ਦਾ ਅਨੁਭਵ ਨਹੀਂ ਕਰ ਪਾਉਂਦਾ। ਇਹੀ ਆਤਮ ਜੋਤੀ ਹੀ ਆਤਮ ਲਖਤਾ ਹੈ। ਆਂਤਰਿਕ ਜੋਤੀ ਦੇ ਨਾਲ ਮਿਲਣ ਤੇ ਹੀ ਜੀਵ ਬਾਹਰੀ ਪ੍ਰਕਾਸ਼ ਦੇ ਵਿੱਚ ਅਮਰ ਸੁਖ ਨੂੰ ਲੱਭਦਾ ਫਿਰਦਾ ਹੈ। ਜਦੋਂ ਪ੍ਰਕਾਸ਼ ਬਾਹਰੀ ਚੀਜ਼ਾਂ ਦੇ ਵਿੱਚ ਹੈ ਹੀ ਨਹੀਂ ਤਾਂ ਮਿਲੇ ਕਿਸ ਤਰ੍ਹਾਂ ਮਿਲੇ? ਜਦ ਵੀ ਮਿਲੇਗਾ ਸੰਤਾਂ ਦੇ ਮਿਲਾਪ ਦੇ ਨਾਲ, ਨਾਮ ਦੀ ਪ੍ਰਾਪਤੀ ਦੇ ਨਾਲ ਹੀ ਮਿਲੇਗਾ। ਨਾਮ ਸਿਮਰਨ ਦੇ ਨਾਲ ਹੀ ਆਤਮਾ ਦੇ ਵਿੱਚ ਪ੍ਰਕਾਸ਼ ਹੁੰਦਾ ਹੈ। ਇਸ ਨੂੰ ਦੇਖਿਆ ਜਾ ਸਕਦਾ ਹੈ। ਤਾਂ ਹੀ ਤਾਂ ਸੰਤ ਮਹਾਂਪੁਰਸ਼ ਭਗਤੀ ਦੇ ਰਸਤੇ ਤੇ ਜੀਵਾਂ ਨੂੰ ਚਲਾਉਂਦੇ ਨੇ ਔਰ ਨਾਮ ਸਿਮਰਨ ਤੇ ਜ਼ੋਰ ਦਿੰਦੇ ਹੈ। संत चरणदास जी फरमान कर रहे हैं, मन ही मन में जाप कर
दर्पण उज्ज्वल होए, दर्शन होवे राम का, तिमिर जाए सब खोए, बोल मेरे साथी गुरा की जय। अचरज साधन नाम का, भक्ति जोग का जीव, जैसे दूध जमाए के, मथ कर काढ़ा घीव, बोल मेरे साथी गुरा की जय। बोल भई सब संतन की जय। संत महापुरुष बख्शिश करे कि ਇਹ ਜੀਵ ਨਾਮ ਸਿਮਰਨ ਦੀ ਯੁਕਤੀ ਸਿੱਖ ਕੇ ਸਹਿਜ ਰੂਪ ਦੇ ਨਾਲ ਸੰਸਾਰ ਦੇ ਕੰਮ ਕਾਜ ਕਰਦੇ ਹੋਏ ਮਨ ਹੀ ਮਨ ਦੇ ਵਿੱਚ ਜਪ ਕਰਨਾ ਹੈ। ਬਾਹਰੀ ਸੰਸਾਰ ਤੋਂ ਸੁਰਤੀ ਨੂੰ ਹਟਾ ਕੇ ਅੰਦਰ ਦੀ ओर ਮੋੜਨਾ ਹੈ। ਇਸ ਤਰ੍ਹਾਂ ਰਾਗ द्वेष ईर्ष्या तृष्णा विकार और आकर्षण संसारिक आडंबरा तो मायावी चित्त आकर्षण दृश्य तो मन तेरा हट जाएगा और सब अज्ञानता ਦਾ ਅੰਧਕਾਰ ਹੀ ਅੰਧਕਾਰ ਹੈ। ਇਹਦੇ ਦਬਾਅ ਦੇ ਵਿੱਚ ਮਨ ਮਲਿਨ ਬਣਦਾ ਹੈ ਔਰ ਨਾਮ ਸਿਮਰਨ ਦੇ ਵਿੱਚ ਮਨ ਨਹੀਂ ਲੱਗਦਾ ਹੈ। ਇਸ ਲਈ ਉੱਠਦੇ ਬਹਿੰਦੇ ਸੌਂਦੇ ਜਾਗਦੇ ਖਾਂਦੇ ਪੀਂਦੇ ਸੁਰਤੀ ਨਾਮ ਸਿਮਰਨ ਦੇ ਵਿੱਚ ਜੁੜੀ ਰਹੇ तो मन ਦਾ ਦਰਪਣ ਸਾਫ਼ ਹੋ ਜਾਏਗਾ। ਸਾਫ਼ ਦਰਪਣ ਦੇ ਵਿੱਚ ਆਤਮ ਸਰੂਪ ਦੇ ਦਰਸ਼ਨ ਹੋ ਜਾਣਗੇ। ਪਰਮਾਤਮਾ ਦੇ ਦਰਸ਼ਨ ਸੁਲਭ ਹੋ ਜਾਣਗੇ। ਅਗਿਆਨ ਦਾ ਅੰਧਕਾਰ ਦੂਰ ਹੋ ਜਾਏਗਾ। ਮਾਇਆਵੀ ਮਨ ਤੇ ਨਾਮ ਦਾ ਪ੍ਰਕਾਸ਼ ਪੈਂਦੇ ਹੀ ਪ੍ਰਕਾਸ਼ਮय ਬਣ ਜਾਏਗਾ। ਬੋਲੋ ਜੈਕਾਰਾ बोल मेरे श्री गुरु महाराज की जय। नाम सुमिरन करना ਕਹਿਣ ਦਾ ਭਾਵ ਜੋ ਵੀ ਰੂਹ ਨਾਮ ਸਿਮਰਨ ਕਰਦੀ ਹੈ ਅਦਭੁਤ ਕਾਇਆ ਪਲਟ ਜਾਂਦੀ ਹੈ ਉਸ ਜੀਵ ਦੀ, ਕਿਉਂਕਿ ਇਹ ਭਗਤੀ ਦੇ ਯੋਗ ਦਾ ਸਾਧਨ ਹੈ। ਭਗਤੀ ਪ੍ਰਦਾਨ ਕਰਨ ਵਾਲਾ ਹੈ। ਜਿਸ ਤਰ੍ਹਾਂ ਕਿ ਦੁੱਧ ਨੂੰ ਜਮਾ ਕੇ ਦਹੀਂ ਬਣਾ ਕੇ ਉਸ ਨੂੰ ਮੱਥ ਕੇ ਸਾਰ ਤਤਵ ਘਿਓ ਕੱਢ ਲਿੱਤਾ ਜਾਂਦਾ ਹੈ, ਇਸੇ ਤਰ੍ਹਾਂ ਹੀ ਨਾਮ ਸਿਮਰਨ ਦੀ ਕਮਾਈ ਕਰਕੇ योग साधना ਦੇ ਪਥ ਤੇ ਚਲਦੇ ਹੋਏ ਸਾਰ ਤਤਵ ਆਤਮ ਜੋਤੀ ਦੇ ਦਰਸ਼ਨ ਹੁੰਦੇ। ਇਹ ਆਤਮ ਕਲਿਆਣ ਦਾ ਕੰਮ ਸੰਪੰਨ ਕਰਨਾ ਮਾਨਵ ਦਾ ਲਕਸ਼ ਹੈ ਔਰ ਪ੍ਰਕਾਸ਼ ਸਤੰਭ ਸੰਤ ਮਹਾਪੁਰਸ਼ ਇसी ਪਥ ਨੂੰ ਦਰਸਾਨ हेतु ਇਸ ਧਰਾ ਤੇ ਅਵਤਾਰ ਲੈਂਦੇ ਹੈ। ਸੰਤ ਜਨ ਆਪਣੇ ਉਦੇਸ਼ ਦੇ ਅਨੁਸਾਰ ਜੀਵਾਂ ਨੂੰ ਬਖਸ਼ਿਸ਼ ਕਰਦੇ ਹੈ ਔਰ ਨਾਮ ਦੇ ਸਿਮਰਨ ਦੇ ਵੱਲ ਉਸ ਦਾ ਮਨ ਲਗਾਉਣ ਦੇ ਲਈ ਯਥਾ ਸੰਭਵ ਸਾਧਨ ਨਿਯਮ ਬਣਾ ਦਿੰਦੇ ਹੈ। ਜੀਵਾਂ ਦੀ ਮਨੋਦਸ਼ਾ ਪਰਿਵਰਤਿਤ ਕਰਨ हेतु कई युक्तियां अपनाते हैं ताकि परमार्थ ਦੇ ਰਸਤੇ ਤੇ ਸਰਲਤਾ ਦੇ ਨਾਲ ਜਾਇਆ ਜਾ ਸਕੇ ਔਰ ਪਰਮ ਤਤਵ ਦੀ ਪ੍ਰਾਪਤੀ ਕੀਤੀ ਜਾ ਸਕੇ। ਰਾਜਾ ਤੇਜ ਬਹਾਦਰ ਜੀ ਪਰ ਉਪਕਾਰੀ ਰਾਜਾ ਸੀਗੇ। ਉਹਦੇ ਨਗਰ ਦੇ ਵਿੱਚ ਰਹਿਣ ਵਾਲੇ ਇੱਕ ਸੰਤ ਜੀ ਨੇ ਦੇਖਿਆ ਕਿ ਮਾਨਵ ਜਨਮ ਦੇ ਬਹੁਮੁੱਲੇ ਸਮੇਂ ਨੂੰ ਰਾਜਾ ਆਪਣੇ ਰਾਜ ਵਿਸਤਾਰ ਔਰ ਪ੍ਰਜਾ ਦੇ ਸੁੱਖ ਹੇਤੂ ਸੁਖ ਸਾਧਨਾ ਦੀ ਵ੍ਰਿਧੀ ਦੇ ਵਿੱਚ ਲੱਗ ਰਿਹਾ ਹੈ। ਆਤਮ ਕਲਿਆਣ ਦੇ ਵਿਸ਼ੇ ਦੇ ਵਿੱਚ ਜਾਗਰੂਕਤਾ ਨਾ ਹੋਣ ਤੇ ਉਸਨੇ ਸੁਖ ਸਾਧਨ ਔਰ ਐਸ਼ਵਰਯ ਵ੍ਰਿਧੀ ਹੀ ਜੀਵਨ ਦਾ ਲਕਸ਼ ਸਮਝ ਰੱਖਿਆ ਸੀਗਾ। ਰਾਜਾ ਨੂੰ ਸਹੀ ਰਸਤੇ ਤੇ ਲਿਆਉਣ ਦੇ ਲਈ ਉਹਨਾਂ ਨੇ ਇੱਕ ਯੁਕਤੀ ਅਪਣਾਈ। ਸੰਤ ਜੀ ਨੇ ਰਾਜ ਮਹਿਲ ਤੋਂ ਦੂਰ ਇੱਕ ਛੋਟੀ ਜਿਹੀ ਚੌਂਪੜੀ ਦੇ ਵਿੱਚ ਨਿਵਾਸ ਕੀਤਾ। ਚੌਂਪੜੀ ਦੇ ਵਿੱਚ ਨਾ ਦੀਪਕ ਹੈ ਔਰ ਨਾ ਸੁਖ ਸਾਧਨ ਹੈ। ਚੰਦਰਮਾ ਦੀ ਰੋਸ਼ਨੀ ਹੀ ਛਨ ਛਨ ਕਰ ਚੌਂਪੜੀ ਦੇ ਵਿੱਚ ਰੋਸ਼ਨੀ ਕਰ ਦਿੰਦੀ ਹੈ। ਪੂਰਨਿਮਾ ਦੀ ਰਾਤਰੀ ਦੇ ਵਿੱਚ ਰਾਜਾ ਸੈਰ ਕਰਦੇ ਹੋਏ ਉਸ ਚੌਂਪੜੀ ਦੇ ਨਜ਼ਦੀਕ ਆਇਆ ਔਰ ਸੋਚਿਆ ਕਿ ਮੇਰੇ ਰਾਜ ਦੇ ਵਿੱਚ ਐਸਾ ਨਿਰਧਨ ਵਿਅਕਤੀ ਨਹੀਂ ਹੋਣਾ ਚਾਹੀਦਾ ਜਿਹਦੀ ਚੌਂਪੜੀ ਦੇ ਵਿੱਚ रोशनी भी नहीं है, दिया भी नहीं जग रहा। अतः उसने अपने
ਹੱਥ ਦੀ ਉਂਗਲੀ ਤੋਂ ਸੋਨੇ ਦੀ ਅੰਗੂਠੀ ਉਤਾਰੀ ਔਰ ਚੌਂਪੜੀ ਦੇ ਵਿੱਚ ਸਿੱਟਦੇ ਹੋਏ ਕਿਹਾ, ਲੋ ਨਿਰਧਨ, ਇਹਨੂੰ ਵੇਚ ਕੇ ਖਾਣ ਪੀਣ ਦਾ ਸਮਾਨ ਲੈ ਆਣਾ, ਬਾਕੀ ਪ੍ਰਬੰਧ ਤੇਰਾ ਕਰ ਦਿੱਤਾ ਜਾਏਗਾ। ਸੰਤ ਜੀ ਨੇ ਮੁਸਕਰਾਉਂਦੇ ਹੋਏ ਅੰਗੂਠੀ ਨੂੰ ਚੁੱਕਿਆ ਔਰ ਬਾਹਰ ਆਉਂਦੇ ਹੋਏ ਆਵਾਜ਼ ਲਗਾਈ, ਓ ਨਿਰਧਨ, ਆਪਣੀ ਅੰਗੂਠੀ ਕਿਸੇ ਅੰਨੇ ਨਿਰਧਨ ਨੂੰ ਦੇ ਦੇ। ਮੈਂ ਹੀਰੇ ਰਤਨਾਂ ਦਾ ਸੌਦਾਗਰ ਸੋਨਾ ਬਣਾਉਣ ਦੀ ਕਲਾ ਜਾਣਦਾ ਹਾਂ। ਧੰਨ ਗੁਰੂ ਮਹਾਰਾਜ ਜੀ, ਜੈ ਹੋ। ਇਸ ਰੱਤੀ ਪਰ ਸੋਨੇ ਦੇ ਨਾਲ ਮੇਰਾ ਕੋਈ ਕੰਮ ਬਣਨ ਵਾਲਾ ਨਹੀਂ ਹੈ। ਰਾਜਾ ਉਹਦੇ ਵਚਨਾਂ ਤੋਂ ਪ੍ਰਭਾਵਿਤ ਹੋ ਕੇ ਹੈਰਾਨ ਰਹਿ ਗਿਆ। ਰਤਨਾਂ ਦਾ ਸੌਦਾਗਰ ਇੱਕ ਚੌਪੜੀ ਦੇ ਵਿੱਚ ਸੋਨਾ ਬਣਾਉਣਾ ਚਾਹੁੰਦਾ ਹੈ। ਆਪਣੇ ਨਿਰਧਨ ਨਾਮ ਨੂੰ ਸੰਬੋਧਨ ਜੋ ਉਸ ਸੰਤ ਨੇ ਰਾਜੇ ਦੇ ਪ੍ਰਤੀ ਕੀਤਾ, ਉਹ ਕੜਵਾ ਕੁੱਟ ਸਮਝ ਕੇ ਪੀ ਗਿਆ ਔਰ ਸੋਨਾ ਬਣਾਉਣ ਦੀ ਕਲਾ ਸਿੱਖਣ ਦੀ ਜਿਗਿਆਸਾ ਨੇ ਉਸ ਸੰਤ ਜੀ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਉਸ ਰਾਜੇ ਨੇ ਝੁਕਾ ਦਿੱਤਾ। ਰਾਜਾ ਨੇ ਵਿਨਮਰਤਾ ਪੂਰਵਕ ਕਿਹਾ, ਤੁਸੀਂ ਮੈਨੂੰ ਸੋਨਾ ਬਣਾਉਣਾ ਸਿਖਾਓਗੇ? ਉੱਤਰ ਮਿਲਿਆ ਕਿ ਮੈਂ ਜ਼ਰੂਰ ਸਿਖਾਊਂਗਾ, ਪਰ ਇੱਕ ਸ਼ਰਤ ਹੈ ਕਿ ਤੈਨੂੰ ਮੇਰੇ ਕੋਲ 1 ਮਹੀਨੇ ਤੱਕ ਮੇਰੇ ਆਸ਼ਰਮ ਦੇ ਵਿੱਚ ਰਹਿਣਾ ਹੋਏਗਾ। ਇਸ ਤੋਂ ਅਧਿਕ ਸਮੇਂ ਵੀ ਲੱਗ ਸਕਦਾ ਹੈ, ਪਰ ਜਿਸ ਤਰ੍ਹਾਂ ਮੈਂ ਤੈਨੂੰ ਕਹਾਂ ਉੱਦਾਂ ਤੈਨੂੰ ਕਰਨਾ ਪਏਗਾ। ਰਾਜਾ ਨੇ ਸੋਚਿਆ, 1 ਮਹੀਨਾ ਕੋਈ ਜ਼ਿਆਦਾ ਸਮੇਂ ਤਾਂ ਨਹੀਂ। ਸੋਨਾ ਬਣਾਉਣਾ ਅਗਰ ਮੈਂ ਸਿੱਖ ਜਾਵਾਂਗਾ ਤਾਂ ਢੇਰਾਂ ਦੇ ਢੇਰ ਸੋਨਾ ਬਣਾ ਕੇ ਦੇਸ਼ ਦੇ ਵਿੱਚ ਖੁਸ਼ਹਾਲੀ ਲੈ ਆਵਾਂਗਾ ਔਰ ਬਾਕੀ ਦੇਸ਼ਾਂ ਨੂੰ ਅਧੀਨ ਕਰਨਾ ਵੀ ਮੇਰੇ ਲਈ ਬਹੁਤ ਸਹਿਜ ਹੋ ਜਾਏਗਾ। ਸੋਨਾ ਬਣਾਉਣ ਦੀ ਕਲਾ ਸਿੱਖਣ ਦੀ ਉਤਸੁਕਤਾ ਨੂੰ ਲੈ ਕੇ ਰਾਜਾ ਰਾਜ ਮਹਿਲ ਦੇ ਵਿੱਚ ਗਿਆ। ਸਵੇਰ ਹੁੰਦੇ ਹੀ ਸੰਤ ਜੀ ਦੀ ਕੁਟੀਆ ਦੇ ਵਿੱਚ ਆਸ਼ਾ ਦੀ ਕਿਰਨ ਲੈ ਕੇ ਪਹੁੰਚ ਗਿਆ। ਸੰਤ ਜੀ ਨੇ ਕਿਹਾ, ਰਾਜਨ, ਹਰ ਕੰਮ ਦੇ ਸ਼ੁਰੂ ਦੇ ਵਿੱਚ ਕਠਿਨਾਈ ਤਾਂ ਆਉਂਦੀ ਹੀ ਹੈ, ਉਸ ਨੂੰ ਬਹੁਤ ਦ੍ਰਿੜ ਸੰਕਲਪ ਦੇ ਨਾਲ ਪਾਰ ਕਰਨਾ ਹੋਗਾ। ਸੋਨਾ ਬਣਾਉਣ ਦੀ ਚਾਹਤ ਸੁਖ ਪਾਉਣ ਦੀ ਮੰਗ ਹੈ। ਸੰਤ ਮਹਾਂਪੁਰਸ਼ਾਂ ਨੇ ਇਸ਼ਾਰੇ ਦੇ ਵਿੱਚ ਸਾਰ ਅੰਸ਼ ਕਹਿ ਦਿੱਤਾ। ਸਭ ਤੋਂ ਪਹਿਲੋਂ ਸਰਵਪ੍ਰਥਮ ਤੈਨੂੰ ਆਪਣੇ ਦਿਲ ਤੋਂ ਸਭ ਤਰ੍ਹਾਂ ਦੇ ਰਾਜ ਭੋਗ ਵੈਭਵ ਔਰ ਸੰਬੰਧੀਆਂ ਤੋਂ ਮਨ ਨੂੰ ਹਟਾ ਕੇ ਨਾਮ ਸ਼ਬਦ ਦੇ ਵਿੱਚ ਲੈ ਕਰਨਾ ਹੈ। ਉਸ ਨੂੰ ਨਾਮ ਦੀ ਦੀਕਸ਼ਾ ਦੇ ਕੇ ਕਿਹਾ ਕਿ ਮਨ ਬਾਰ-ਬਾਰ ਤੇਰਾ ਸੰਸਾਰ ਦੇ ਵਿੱਚ ਜਾਏਗਾ, ਕਾਰਯ ਵਿਵਹਾਰ ਦੇ ਵਿੱਚ ਜਾਏਗਾ। ਉਸ ਨੂੰ ਬਾਰ-ਬਾਰ ਉੱਥੋਂ ਦੀ ਹਟਾ ਕੇ ਸਿਮਰਨ ਦੇ ਵਿੱਚ ਤੁਸੀਂ ਲੈ ਕਰਨਾ ਹੈ। ਸਾਤਵਿਕ ਵ੍ਰਿਤੀ ਰਾਜਾ ਨੇ ਵੀ ਆਗਿਆ ਦਾ ਪਾਲਨ ਕੀਤਾ। 4 ਦਿਨਾਂ ਤੋਂ ਬਾਅਦ ਉਸ ਨੂੰ ਪ੍ਰਾਣਾਯਾਮ ਯੋਗ ਸਾਧਨਾ ਦੇ ਵਿੱਚ ਤਨਮੈ ਹੋਣ ਦਾ ਉਪਦੇਸ਼ ਔਰ ਆਦੇਸ਼ ਦਿੱਤਾ। ਸੰਤ ਜੀ ਦੀ ਖੁਸ਼ੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਸਨੇ ਕੁਝ ਹੀ ਦਿਨਾਂ ਦੇ ਵਿੱਚ ਸੁਰਤੀ ਨੂੰ ਅੰਤਰਮੁਖੀ ਬਣਾ ਲਿਆ ਔਰ ਆਤਮਿਕ ਆਨੰਦ ਦੇ ਵਿੱਚ ਵਿਭੋਰ ਹੋ ਕੇ ਅੰਮ੍ਰਿਤ ਰਸ ਪਾ ਕੇ ਘਟ ਦੇ ਵਿੱਚ ਜੋਤ ਜਗਾ ਲਈ। ਬੋਲੋ ਜੈਕਾਰਾ, ਬੋਲ ਮੇਰੇ ਸ਼੍ਰੀ ਗੁਰੂ ਮਹਾਰਾਜ ਕੀ ਜੈ। ਅਗਿਆਨ ਦਾ ਅੰਧਕਾਰ ਮਿਟ ਗਿਆ, ਹੁਣ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼। ਜਿਸ ਨੂੰ ਪਾ ਕੇ ਉਹ ਨਿਹਾਲ ਹੋ ਗਿਆ, ਉਹ ਧਿਆਨ ਦੀ ਇਤਨੀ ਉਚਾਈਆਂ ਨੂੰ ਛੂਹਣ ਲੱਗਾ। ਪਰਮਾਤਮ ਤੱਤਵ ਦਾ ਅਹਿਸਾਸ ਹੋਣ ਤੇ ਸੋਨਾ ਬਣਾਉਣ ਦੀ ਤੇ ਗੱਲ ਬਹੁਤ ਦੂਰ, ਉਹ ਸਭ ਕੁਝ ਭੁੱਲ ਗਿਆ। ਪਾਰਸ ਰੂਪੀ ਸੰਤ ਜੀ ਦੇ ਨਾਲ ਮਿਲ ਕੇ ਉਹ ਖੁਦ ਪਾਰਸ ਬਣ ਗਿਆ। ਹੁਣ ਉਹਨੂੰ ਸੋਨਾ ਨਹੀਂ ਚਾਹੀਦਾ। ਸੰਤ ਜੀ ਨੇ ਇਹਨਾਂ ਦਿਨਾਂ ਦੇ ਵਿੱਚ ਰਾਜਾ ਨੂੰ ਸਤਸੰਗ, ਸੇਵਾ, ਨਾਮ ਸਿਮਰਨ, ਧਿਆਨ ਦੇ ਨਾਲ ਪਰਿਪੂਰਨ ਕਰ ਦੀਕਸ਼ਿਤ ਕਰ ਦਿੱਤਾ। ਹਲੇ 1 ਮਹੀਨੇ ਦੇ ਵਿੱਚ 5 ਦਿਨ ਬਾਕੀ ਰਹਿੰਦੇ ਸੀਗੇ। ਸੰਤ ਜੀ ਨੇ ਫਰਮਾਨ ਕੀਤਾ, ਰਾਜਨ, ਤੁਸੀਂ ਸੋਨਾ ਬਣਾਉਣਾ ਸਿੱਖਣਾ ਹੈ। ਉਹ ਕਲਾ ਮੈਂ ਨਹੀਂ ਜਾਣਦਾ। ਸੰਸਾਰਿਕ ਮੋਹ ਲੋਭ ਦੇ ਵਿਕਾਰਾਂ 'ਚ ਪਏ ਹੋਏ ਜੀਵਾਂ ਨੂੰ ਮੈਂ ਬ੍ਰਹਮ ਬਣਾਉਣਾ ਜਾਣਦਾ ਹਾਂ। ਜੈ ਹੋ ਗੁਰੂਦੇਵਾ। ਉਸੀ ਰਸਤੇ ਤੇ ਤੁਹਾਨੂੰ ਵੀ ਲਗਾ ਦਿੱਤਾ ਹੈ। ਹੁਣ ਤੁਹਾਡਾ ਆਪਣਾ ਵਿਚਾਰ ਕੀ ਹੈ? ਰਾਜਾ ਨੇ ਸ਼੍ਰੀ ਚਰਨਾਂ ਦੇ ਵਿੱਚ ਮਸਤਕ ਰੱਖ ਦਿੱਤਾ ਔਰ ਵਿਨੈ ਕੀਤੀ, ਮਹਾਰਾਜ, ਉਸ ਸੋਨਾ ਧਾਤੂ ਔਰ ਮੈਂ ਅਹਮ ਦੇ ਅਗਿਆਨਤਾ ਦੇ ਜਨਿਤ
ਹੰਕਾਰ ਦੇ ਨਾਲ ਗਰਕ ਜਾ ਰਿਹਾ ਸੀਗਾ, ਯਾਨੀ ਕਿ ਗਰਤ ਦੇ ਵਿੱਚ ਗਿਰ ਕੇ ਜਨਮ ਜਨਮਾਂਤਰਾਂ ਤੱਕ ਜਨਮ ਮ੍ਰਿਤੂ ਦੇ ਦੁੱਖ ਉਠਾਉਣ ਵੱਲ ਜਾ ਰਿਹਾ ਸੀ। ਹੁਣ ਮੈਂ ਅਗਿਆਨ ਦਾ ਸੋਨਾ ਨਹੀਂ ਬਣਾਣਾ, ਮੈਂ ਜਾਗਰਿਤ ਹੋ ਕੇ ਅਮਰ ਸੁਖ ਦਾ ਭਾਗੀ ਬਣ ਜਾਣਾ ਹੈ। ਪ੍ਰਭੂ ਹੁਣ ਇਹ ਰਾਜਾ ਸੰਤ ਆਸ਼ਰਮ ਦਾ ਵਿਸਤਾਰ ਕਰ ਪ੍ਰਜਾ ਨੂੰ ਅਮਰ ਸੁਖ ਵੰਡਣ ਦਾ ਸ਼੍ਰੇ ਪ੍ਰਾਪਤ ਕਰਨਾ ਚਾਹੁੰਦਾ ਹੈ। ਹਰ ਦੇਸ਼ ਵਾਸੀ ਦੇ ਅੰਤਰ ਦੇ ਵਿੱਚ ਆਤਮ ਦੀਪ ਜਗਮਗਾਏ। ਇਹੀ ਕਿਰਪਾ ਦ੍ਰਿਸ਼ਟੀ ਹੋ ਮੇਰੇ ਸਤਿਗੁਰੂ ਦੇਵ, ਇਹੀ ਤੇਰੀ ਕਿਰਪਾ ਦ੍ਰਿਸ਼ਟੀ ਹੋ। ਆਪਣੇ ਸਤਿਗੁਰੂ ਕੋਲੋਂ ਰਾਜਾ ਕੀ ਮੰਗ ਰਿਹਾ ਹੈ ਕਿ ਹਰ ਪ੍ਰਾਣੀ ਦੇ ਅੰਦਰ ਤੇਰੇ ਨਾਮ ਦੀ ਜੋਤ ਜਗ ਜਾਏ। ਜੋ ਸਤਪੁਰਸ਼ਾਂ ਦੇ ਚਰਨਾਂ ਦੇ ਵਿੱਚ ਜਾ ਕੇ ਨਾਮ ਸਿਮਰਨ ਦੇ ਸਾਧਨ ਦੇ ਵਿੱਚ ਲੱਗ ਜਾਂਦਾ ਹੈ, ਉਹ ਖੁਦ ਭਵ ਸਾਗਰ ਤੋਂ ਤਰਦਾ ਹੈ ਔਰ ਦੂਸਰਿਆਂ ਨੂੰ ਵੀ ਤਾਰ ਦਿੰਦਾ ਹੈ। ਕਹਿਣ ਦਾ ਭਾਵ ਸੰਤ ਮਹਾਂਪੁਰਸ਼ ਸ਼ਾਸ਼ਵਤ ਜੋਤੀ ਪੁੰਜ ਪ੍ਰਕਾਸ਼ ਸਤੰਭ ਹੈ, ਜੋ ਜੀਵਾਂ ਨੂੰ ਆਤਮ ਕਲਿਆਣ ਦੇ ਰਸਤੇ ਤੇ ਚਲਾ ਕੇ ਉਹਨਾਂ ਦਾ ਇਹ ਲੋਕ ਸੁਖੀ ਪਰ ਲੋਕ ਸੁਹੇਲਾ ਬਣਾ ਦਿੰਦੇ ਹੈ। ਸੰਤ ਜਨ ਉਹਨਾਂ ਦੀ ਬਾਣੀਆਂ ਨੂੰ ਗਾ ਗਾ ਕੇ ਸੁਣਾਉਂਦੇ ਹੈ ਕਿ ਸਹਿਜੋ ਗੁਰੂ ਦੀਪਕ ਦਿਓ, ਰੋਮ ਰੋਮ ਉਜਿਆਰ ਸਤਿਗੁਰੂ ਰੋਮ ਰੋਮ ਉਜਿਆਰ। तीन लोक दृष्टा भये, मिट्यो भरम अंधियार। बोल मेरे सति गुरा की जय, बोल बई सब संतन की जय। संत सहजो बाई जी की कह रही है, आओ ਅਸੀਂ ਵੀ ਸ਼੍ਰੀ ਸਤਿਗੁਰੂ ਦੇਵ ਮਹਾਰਾਜ ਜੀ ਤੋਂ ਨਾਮ ਦੇ ਦੀਪ ਨੂੰ ਹਾਸਿਲ ਕਰਕੇ ਆਪਣੇ ਹਿਰਦੇ ਦੇ ਵਿੱਚ ਪ੍ਰਕਾਸ਼ ਭਰ ਲਈਏ ਔਰ ਉਹਨਾਂ ਦੇ ਮਾਰਗਦਰਸ਼ਨ ਦੇ ਵਿੱਚ ਚੱਲ ਕੇ ਆਪਣਾ ਜਨਮ ਸਾਰਥਕ ਕਰ ਲਈਏ। ਕਿਉਂਕਿ ਗੁਰੂ ਭਗਤੀ ਦੇ ਉੱਚ ਉਦੇਸ਼ ਨੂੰ ਪਾਉਣ ਦੇ ਲਈ ਗੁਰੂ ਸੇਵਾ ਜਨਮ ਭੂਮੀ ਹੈ। ਗੁਰੂ ਸੇਵਾ ਹੀ ਮਾਨੋ ਮਲਿਨ ਹੈ ਔਰ ਜਨਮ ਜਨਮਾਂਤਰ ਤੋਂ ਮਾਇਆਵੀ ਮਨ ਦੇ ਵਿਕਾਰਾਂ ਨੂੰ ਦੂਰ ਕਰਕੇ ਪਵਿੱਤਰ ਔਰ ਸਤਿਗੁਰੀ ਬਣਾਉਂਦੀ ਹੈ। ਗੁਰੂ ਭਗਤੀ ਦੇ ਵਿੱਚ ਦ੍ਰਿੜ ਪਗ ਰੱਖਣਾ ਬਹੁਤ ਜ਼ਰੂਰੀ ਹੈ, ਕਰਤੱਵਯ ਨਿਸ਼ਟ ਬਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਕਿਰਪਾ ਭਾਗਯ ਸਿਤਾਰਾ ਚਮਕਾਉਂਦੀ ਹੈ, ਪ੍ਰਭੂ ਪ੍ਰੇਮ ਉਪਜਾਉਂਦੀ ਹੈ ਔਰ ਬ੍ਰਹਮ ਸਵਰੂਪ ਦਾ ਦਰਸ਼ਨ ਕਰਾਉਂਦੀ ਹੈ। ਗੁਰੂ ਸੇਵਾ ਦਾ ਮਹੱਤਵ ਉਹੀ ਜਾਣਦੇ ਹੈ ਜਿਨ੍ਹਾਂ ਨੇ ਇਸ ਦੇ ਵਿੱਚ ਤਨ ਪ੍ਰਾਣ ਲਗਾਏ ਔਰ ਪ੍ਰਭੂ ਪ੍ਰੇਮ ਪਾ ਕਰ ਵਿਭੋਰ ਹੋ ਗਏ। ਗੁਰੂ ਭਗਤੀ ਨੂੰ ਪਾਉਣ ਦਾ ਸਾਧਨ ਸੰਤ ਜਨ ਇਸ ਤਰ੍ਹਾਂ ਸਮਝਾਉਂਦੇ ਨੇ, ग्रंथ पंथ सब जगत के बात बतावन तीन, राम हृदय मन में दया तन सेवा में लीन। तन पवित्र सेवा की धन पवित्र कर दान, मन पवित्र हरि भजन करे होत त्रैविध कल्याण। बोल मेरे सति गुरा की जय, बोल भई सब संतन की जय। वेद शास्त्र संत ਮਹਾਂਪੁਰਸ਼ ਸ਼ਬਦ ਦਾ ਇੱਕ ਹੀ ਮਤ ਹੈ ਕਿ ਸਰੀਰ ਨੂੰ ਗੁਰੂ ਸੇਵਾ ਦੇ ਵਿੱਚ ਲਗਾਓ। ਮਨ ਦੇ ਵਿੱਚ ਦਇਆ ਯਾਨੀ ਕਿ ਸਹਿਨਸ਼ੀਲਤਾ ਔਰ ਪਰ ਉਪਕਾਰ ਦੀ ਭਾਵਨਾ ਹੋਵੇ ਔਰ ਹਿਰਦੇ ਦੇ ਵਿੱਚ ਨਾਮ ਸਿਮਰਨ ਦੀ ਲਗਨ ਹਮੇਸ਼ਾ ਲੱਗੀ ਰਹੇ ਤਾਂ ਭਗਤੀ ਦੀ ਪ੍ਰਾਪਤੀ ਇਹਨਾਂ ਤਿੰਨਾਂ ਸਾਧਨਾ ਦੇ ਨਾਲ ਸਹਿਜ ਹੀ ਹੋ ਜਾਂਦੀ ਹੈ। ਕਾਰਨ ਕਿ ਸਰੀਰ ਤੋਂ ਗੁਰੂ ਸੇਵਾ ਕਰਦੇ ਹੋਏ ਦਸੋ ਇੰਦਰੀਆਂ ਸ਼ੁਭ ਕੰਮ ਦੇ ਵਿੱਚ ਰਤ ਹੋ ਜਾਂਦੀਆਂ ਹੈ। ਉਹਨਾਂ ਦਾ ਧਿਆਨ ਸੰਸਾਰਿਕ ਭੋਗਾਂ ਦੀ ओर ਨਾ ਜਾ ਕੇ ਯੋਗ ਦੇ ਵਿੱਚ ਚਲਾ ਜਾਂਦਾ ਹੈ, ਅਰਥਾਤ ਪ੍ਰਭੂ ਪ੍ਰਾਪਤੀ ਦੇ ਵੱਲ ਲੱਗ ਜਾਂਦਾ ਹੈ। ਇਸੇ ਲਈ ਤੇ ਕਿਹਾ ਜਾਂਦਾ ਹੈ ਕਿ ਗੁਰੂ ਸੇਵਾ ਦੇ ਨਾਲ ਸਰੀਰ ਦਾ ਕਲਿਆਣ ਹੁੰਦਾ ਹੈ। ਸੰਸਾਰਿਕ ਵਿਵਹਾਰ ਜਾਂ ਨੌਕਰੀ ਕਰਦੇ ਹੋਏ ਜੋ ਧਨ ਕਮਾਇਆ ਜਾਂਦਾ ਹੈ ਉਸ ਦੇ ਵਿੱਚੋਂ ਕੁਝ ਹਿੱਸਾ ਸੰਤ ਸੇਵਾ ਦੇ ਵਿੱਚ ਲਗਾ ਦਿੱਤਾ ਜਾਵੇ ਤਾਂ ਉਹ ਦਾਨ ਕਲਿਆਣ ਦਾ ਸਾਧਨ ਬਣ ਜਾਂਦਾ ਹੈ। ਕਹਾਵਤ ਵੀ ਹੈ, ਜਹਾਂ ਜਾਏ ਧਨ ਵਹਾਂ ਜਾਏ ਮਨ। ਤਨ ਅਗਰ ਕਿਸੇ ਅਲਮਾਰੀ ਦੇ ਵਿੱਚ ਰੱਖਿਆ ਹੁੰਦਾ ਹੈ ਤਾਂ ਬਾਰ-ਬਾਰ ਖਿਆਲ ਉਸ ਦੇ ਵਿੱਚ ਜਾਂਦਾ ਹੈ ਕਿ ਕਿਤੇ ਚੋਰ ਨਾ ਚੁਰਾ ਕੇ ਲੈ ਜਾਏ। ਅਗਰ ਕਿਸੇ ਨੂੰ ਉਧਾਰ ਦਿੱਤਾ ਹੁੰਦਾ ਹੈ ਤਾਂ ਉਸ ਤੋਂ ਵਾਪਸ ਲੈਣ ਦਾ ਖਿਆਲ ਦਿਲ ਦੇ ਵਿੱਚ ਲੱਗਾ ਰਹਿੰਦਾ ਹੈ। ਜਿਸ ਤਨ ਨੂੰ ਸੰਸਾਰਿਕ ਸੁੱਖ
ਸੁੱਖ ਉਪਭੋਗਾਂ ਦੇ ਸਾਧਨਾਂ ਤੇ ਅਸੀਂ ਲਗਾਉਂਦੇ ਹਾਂ, ਔਰ ਉਸ ਸਮਾਨ ਦੀ ਸੰਭਾਲ ਕਰਦੇ ਹਾਂ ਕਿ ਕਿਤੇ ਟੁੱਟ ਨਾ ਜਾਏ। ਇਸੇ ਤਰ੍ਹਾਂ ਜਦ ਤਨ ਸੰਤ ਸੇਵਾ ਜਾਂ ਪਰਉਪਕਾਰ ਦੇ ਵਿੱਚ ਲੱਗਦਾ ਹੈ ਤਾਂ ਮਨ ਸਤਸੰਗ ਦੇ ਵੱਲ ਦੌੜ ਕੇ ਜਾਂਦਾ ਹੈ, ਔਰ ਜ਼ਬਰਦਸਤ ਪ੍ਰਵਿਰਤ ਹੁੰਦਾ ਹੈ। ਮਨ ਸਤਸੰਗ ਦੇ ਵਿੱਚ ਜਾਣਾ ਚਾਹੇਗਾ ਤਾਂ ਮਨ ਹਰੀ ਭਜਨ ਦੇ ਵਿੱਚ ਵੀ ਲੱਗੇਗਾ। ਇਸ ਤਰ੍ਹਾਂ ਤਨ ਮਨ ਧਨ ਦਾ ਕਲਿਆਣ ਹੋ ਜਾਏਗਾ, ਮਾਨਵ ਜਨਮ ਦੇ ਲਕਸ਼ ਦੀ ਪੂਰਤੀ ਵੀ ਹੋ ਜਾਏਗੀ। ਕਹਿਣ ਦਾ ਭਾਵ ਕਿ ਗੁਰੂ ਸੇਵਾ ਨੇ ਸਹਿਜ ਹੀ ਆਤਮ ਉન્નਤੀ ਦਾ ਕੰਮ ਸਾਧਨ ਜੁਟਾ ਦਿੱਤਾ। ਜੀਵ ਜਦ ਆਤਮ ਕਲਿਆਣ ਚਾਹੁੰਦਾ ਹੈ ਤਾਂ ਸੰਤ ਸਤਪੁਰਸ਼ਾਂ ਦੀ ਸ਼ਰਨ ਸੰਗਤੀ ਦੇ ਵਿੱਚ ਜਾਂਦਾ ਹੈ। ਮਹਾਪੁਰਸ਼ ਉਸ ਨੂੰ ਸਭ ਤੋਂ ਪਹਿਲੋਂ ਸੇਵਾ ਕਰਨ ਦਾ ਆਦੇਸ਼ ਦਿੰਦੇ ਹੈ, ਔਰ ਨਿਰੰਤਰ ਗੁਰੂ ਦੀ ਸੇਵਾ ਦੇ ਵਿੱਚ ਮਗਨ ਰਹਿੰਦਾ ਹੈ। ਉਸ ਦੇ ਅੰਤਰ ਦੇ ਵਿੱਚ ਦੂਸਰਾ ਖਿਆਲ ਹੀ ਨਹੀਂ ਰਹਿੰਦਾ। ਹਿਰਨਿਆਕਸ਼ਪ ਦੇ ਉद्धार ਦੇ ਉਪਰੰਤ ਨਰਸਿੰਘ ਭਗਵਾਨ ਜੀ ਨੇ ਪ੍ਰਹਲਾਦ ਭਗਤ ਨੂੰ ਮਨ ਵਾਂਛਿਤ ਵਰਦਾਨ ਦੇਣ ਦਾ, ਯਾਨੀ ਕਿ ਇੱਕ ਮਾਤਰ ਇੱਕ ਛਤਰ ਸਾਮਰਾਜ්य ਔਰ ਸਵਰਗ ਲੋਕ ਦੀ ਸੁੱਖ ਸੁਵਿਧਾਵਾਂ ਦੇ ਨਾਲ ਸੰਪੰਨ ਐਸ਼ਵਰਯ ਦਾ ਵਰਦਾਨ ਮੰਗਣ ਦੇ ਲਈ ਕਿਹਾ। ਤੋਂ ਭਗਤ ਪ੍ਰਹਲਾਦ ਜੀ ਨੇ ਇਹਨਾਂ ਸਭਨਾਂ ਨੂੰ ਭਗਤੀ ਪ੍ਰਾਪਤੀ ਦੇ ਵਿੱਚ ਵਿਘਨ ਜਾਣ ਕੇ ਵਿਨੈ ਕੀਤੀ ਕਿ ਹੇ ਪ੍ਰਭੂ, ਮੈਂ ਜਨਮ ਤੋਂ ਭੋਗ ਆਸਕਤ ਹੂੰ, ਮੇਰਾ ਰਾਖਸ਼ਸ ਕੁਲ ਦੇ ਵਿੱਚ ਜਨਮ ਹੈ, ਮੈਨੂੰ ਵਰ ਦਾ ਲਾਲਚ ਨਾ ਦੀਜੀਏ, ਮੇਰੀ ਪ੍ਰੀਖਿਆ ਨਾ ਲਵੋ ਪ੍ਰਭੂ। ਅਗਰ ਤੁਸੀਂ ਵਰ ਦੇਣਾ ਹੀ ਚਾਹੁੰਦੇ ਹੋ ਤੇ ਮੈਨੂੰ ਇਹ ਵਾਲਾ ਵਰਦਾਨ ਦਿਓ ਕਿ ਮੈਂ ਸਦਾ ਸਦਾ ਤੇਰੀ ਸੇਵਾ ਦੇ ਵਿੱਚ ਰਤ ਰਵਾਂ, ਮੇਰੀ ਬੁੱਧੀ ਭਗਵਤ ਸਵਰੂਪ ਬਣੀ ਰਹੇ, ਔਰ ਕਿਰਪਾ ਕਰ ਮੈਨੂੰ ਇਹ ਵਰ ਦਿਓ ਕਿ ਮੇਰੇ ਪਿਤਾ ਨੇ ਜੋ ਤੇਰੇ ਦਰੋਹੀ ਸੀਗੇ ਪ੍ਰਭੂ, ਉਸ ਨੂੰ ਪਵਿੱਤਰ ਕਰ ਦਿਓ। ਨਰਸਿੰਘ ਭਗਵਾਨ ਜੀ ਨੇ ਕਿਹਾ ਕਿ ਪ੍ਰਹਲਾਦ, ਜਿੱਥੇ ਮੇਰਾ ਸਮਦਰਸ਼ੀ और मेरे भगत निवास करते हैं, वो स्थान और कुल कितना भी अधम क्यों ना हो वो पवित्र हो जाता है। तेरे पिता ਨੂੰ ਮੇਰਾ ਸਪਰਸ਼ ਪ੍ਰਾਪਤ ਹੋਇਆ ਹੈ, ਉਹ ਪਵਿੱਤਰ ਹੋ ਕੇ ਤਰ ਗਏ ਹੈ। ਤੁਸੀਂ ਆਪਣੇ ਪਿਤਾ ਦੇ ਸਥਾਨ ਤੇ ਪ੍ਰਤਿਸ਼ਠਿਤ ਹੋ ਕੇ ਮੁਨੀਆਂ ਦੀ ਆਗਿਆ ਦੇ ਅਨੁਸਾਰ ਮੁਝ में अपना मन लगा कर मेरी सेवा ਦੇ ਲਈ ਹੀ ਆਪਣੇ ਸਾਰੇ ਕੰਮ ਕਰੋ। ਅਰਥਾਤ ਗੁਰੂ ਸੇਵਾ ਨੂੰ ਹੀ ਭਗਵਾਨ ਨੇ ਵਰਦਾਨ ਦੇ ਰੂਪ ਦੇ ਵਿੱਚ ਦੇ ਦਿੱਤਾ। ਗੁਰੂ ਸੇਵਾ ਨੂੰ ਇਸ ਲਈ ਸੰਤਾਂ ਨੇ ਜਨਮ ਭੂਮੀ ਕਿਹਾ ਹੈ। ਬੀਜ ਜਦ ਮਿੱਟੀ ਦੇ ਵਿੱਚ ਪੈਂਦਾ ਹੈ, ਆਪਣੇ ਆਪ ਨੂੰ ਮਿੱਟੀ ਦੇ ਹਵਾਲੇ ਕਰ ਦਿੰਦਾ ਹੈ, ਆਪਣੇ ਆਪ ਨੂੰ ਮਿੱਟੀ ਦੇ ਵਿੱਚ ਮਿਲਾ ਲੈਂਦਾ ਹੈ, ਧੁੱਪ ਵਰਸ਼ਾ ਆਦਿ ਨੂੰ ਵੀ ਸਹਿਣ ਕਰਦਾ ਹੈ। ਅੰਕੁਰ ਫੁੱਟਣ ਤੋਂ ਬਾਅਦ ਪੌਦਾ ਬਣ ਜਾਂਦਾ ਹੈ, ਉਸ ਤੋਂ ਬਾਅਦ ਵ੍ਰਿਕਸ਼ ਬਣਦਾ ਹੈ, ਤਾਂ ਉਸ ਤੋਂ ਬਾਅਦ ਉਸ ਬੀਜ ਦਾ ਨਾਮੋ ਨਿਸ਼ਾਨ ਵੀ ਨਹੀਂ ਰਹਿੰਦਾ। ਇੱਕ ਸਮੇਂ ਐਸਾ ਆਉਂਦਾ ਹੈ ਜਦੋਂ ਬਣ ਜਾਂਦਾ ਹੈ ਮਧੁਰ ਰਸੀਲੇ ਫਲਾਂ ਦਾ ਵ੍ਰਿਕਸ਼, ਇੱਕ ਫਲਦਾਰ ਵ੍ਰਿਕਸ਼ ਜਿਹਨੂੰ ਦੇਖ ਕੇ ਹੀ ਮਨ ਲਲਚਾਉਂਦਾ ਹੈ ਕਿ ਫਲ ਖਾਇਆ ਜਾਏ। ਐਸੇ ਮਾਨਵ ਤਨ ਰੂਪੀ ਧਰਤੀ ਤੇ ਗੁਰੂ ਸੇਵਾ ਦੀ ਲਗਨ ਜਗਾਈ ਜਾਏਗੀ ਤਾਂ ਇਸ ਦੇ ਵਿੱਚ ਪਿਆ ਨਾਮ ਰੂਪੀ ਬੀਜ ਅੰਕੁਰਿਤ ਹੋ ਜਾਏਗਾ। ਗੁਰੂ ਸੇਵਾ ਦੇ ਵਿੱਚ ਵਿਘਨ ਕਸ਼ਟ ਔਰ ਰੁਕਾਵਟਾਂ ਆਉਣ ਤੇ ਵੀ ਸੱਚੀ ਸ਼ਰਧਾ ਔਰ ਪੂਰਨ ਵਿਸ਼ਵਾਸ ਦੇ ਨਾਲ ਉਸ ਦੇ ਵਿੱਚ ਲੱਗਾ ਰਹੇ ਤਾਂ ਨਾਮ ਰੂਪੀ ਬੀਜ ਅੰਕੁਰਿਤ ਪਲਵਿਤ ਹੋ ਕੇ ਮਾਨਵ ਦੇ ਜੀਵਨ ਦੇ ਵਿੱਚ ਕੈਸਾ ਫਲ ਪ੍ਰਦਾਨ ਹੋਏਗਾ। ਅਮਰ ਆਨੰਦ, ਸ਼ਾਸ਼ਵਤ ਸੁਖ, ਅਨੁਪਮ ਸ਼ਾਂਤੀ ਦੇ ਫਲਾਂ ਨੂੰ ਪ੍ਰਦਾਨ ਕਰਨ ਵਾਲਾ ਵ੍ਰਿਕਸ਼ ਬਣ ਜਾਏਗਾ। ਬੋਲੋ ਜੈਕਾਰਾ ਬੋਲ ਮੇਰੇ ਸ਼੍ਰੀ ਗੁਰੂ ਮਹਾਰਾਜ ਕੀ ਜੈ। ਇਸ ਵ੍ਰਿਕਸ਼ ਦੇ ਮਧੁਰ ਫਲਾਂ ਨੂੰ ਭਗਵਾਨ ਦੇ ਪ੍ਰੇਮੀ, ਭਗਵਾਨ ਦੇ ਭਗਤ ਔਰ ਸੰਤ ਪੁਰਸ਼ ਸੰਸਾਰ ਦੇ ਵਿੱਚ ਵੰਡਦੇ ਹੈ। ਸੰਤ ਸਤਪੁਰਸ਼ ਬ੍ਰਹਮ ਵੇਤਾ ਹੁੰਦੇ ਹੈ, ਔਰ ਨਾਲ ਹੀ ਪ੍ਰੇਮੀ ਭਗਤਾਂ ਦਾ ਜੀਵਨ ਵੀ ਅਨਮੋਲ ਉਪਹਾਰ ਬਣਾ ਦਿੰਦੇ ਹੈ।
ਭਗਤੀ ਦੇ ਅਭਿਲਾਸ਼ੀ ਜਿਗਿਆਸੂ ਸਾਧਨ ਉਨ ਪ੍ਰਮਾਣਾਂ ਨੂੰ ਪੜ੍ਹ ਕੇ ਸੁਣ ਕੇ ਪ੍ਰੇਮ ਸ਼ਰਧਾ ਔਰ ਵਿਸ਼ਵਾਸ ਨੂੰ ਉਤਰ ਆਪਣੇ ਅੰਤਰ ਦੇ ਵਿੱਚ ਵਧਾਉਂਦੇ ਹੈ ਔਰ ਵੈਸਾ ਬਣਨ ਦੀ ਕੋਸ਼ਿਸ਼ ਕਰਦੇ ਹੈ ਜੈਸਾ ਮਹਾਂਪੁਰਸ਼ਾਂ ਦੀ ਬਾਣੀਆਂ ਦੇ ਵਿੱਚੋਂ ਅੰਮ੍ਰਿਤ ਵਚਨ ਨਿਕਲਦੇ ਹੈ। ਦ੍ਰਿੜ ਸੰਕਲਪੀ ਬਣ ਕੇ ਲਕਸ਼ ਤੇ ਪਹੁੰਚ ਵੀ ਜਾਂਦੇ ਹੈ। ਆਮ ਸਦ ਗ੍ਰੰਥਾਂ ਦੇ ਵਿੱਚ 4 ਮੁਕਤੀਆਂ ਦਾ ਵਰਣਨ ਮਿਲਦਾ ਹੈ। ਭਗਵਾਨ ਕਪਿਲ ਜੀ ਭਗਵਾਨ ਸਵਰੂਪ ਆਪਣੀ ਬਾਣੀ ਦੇ ਵਿੱਚ 5 ਮੁਕਤੀਆਂ ਦਾ ਵਰਣਨ ਕਰਦੇ ਹੋਏ ਫਰਮਾਨ ਕਰ ਰਹੇ ਹੈ ਕਿ ਗੁਰੂ ਸੇਵਾ ਨੂੰ ਛੱਡ ਕੇ ਅਗਰ ਮੇਰੇ ਸੇਵਕ ਨੂੰ ਕੋਈ 5 ਮੁਕਤੀਆਂ ਦੇ ਤਾਂ ਵੀ ਮੇਰਾ ਸੇਵਕ ਉਹ ਲੈਣ ਨੂੰ ਤਿਆਰ ਨਹੀਂ, ਕਿਉਂਕਿ ਗੁਰੂ ਸੇਵਾ ਦਾ ਮਹੱਤਵ ਇਹਨਾਂ ਮੁਕਤੀਆਂ ਤੋਂ ਕਿਤੇ ਵੱਧ ਕੇ ਹੈ। ਬੋਲੀਏ ਸ਼੍ਰੀ ਅਨੰਦਪੁਰ ਵਾਸੀ ਭਗਵਾਨ ਕੀ ਜੈ। ਇਹ ਤੇ ਉਹੀ ਜਾਣਦਾ ਹੈ ਜਿਸ ਨੇ ਇਸ ਅੰਮ੍ਰਿਤ ਰਸ ਨੂੰ ਪੀਤਾ ਹੈ। ਔਰ ਮੁਕਤੀਆਂ ਕਿਹੜੀਆਂ ਹੈ? ਜਿਸ ਨੇ ਗੁਰੂ ਸੇਵਾ ਦੇ ਵਿੱਚ ਆਨੰਦ ਦੀ ਅਨੁਭੂਤੀ ਕਰ ਲਿੱਤੀ ਉਸ ਨੂੰ ਮੁਕਤੀ ਵੀ ਨਹੀਂ ਚਾਹੀਦੀ। ਭਗਵਾਨ ਕਪਿਲ ਜੀ ਕਹਿੰਦੇ ਹੈ ਕਿ 5 ਮੁਕਤੀਆਂ ਕਿਹੜੀਆਂ ਹੈ? ਪਹਿਲੀ ਮੁਕਤੀ ਹੈ ਸਾਲੋਕਿਆ, ਭਗਵਾਨ ਦੇ ਨਿਤ ਧਾਮ ਦੇ ਵਿੱਚ ਨਿਵਾਸ। ਦੂਸਰੀ ਮੁਕਤੀ ਸਾਰਸ਼ਟੀ, ਭਗਵਾਨ ਦੇ ਸਮਾਨ ਐਸ਼ਵਰਯ ਪ੍ਰਾਪਤੀ। ਸਾਮੀਪਯ, ਭਗਵਾਨ ਦੀ ਨਿਤਯ ਸਮੀਪਤਾ ਪ੍ਰਾਪਤ ਹੋਣਾ। ਸਰੂਪਯ, ਭਗਵਾਨ ਦੇ ਸਮਾਨ ਦਿਵਯ ਸੌਂਦਰਯ ਰੂਪ ਦੀ ਪ੍ਰਾਪਤੀ ਹੋਣਾ। ਸਾਯੁਜਯ, ਭਗਵਾਨ ਦੇ ਨਾਲ ਇੱਕ ਰੂਪ ਹੋ ਜਾਣਾ। ਸੇਵਕ ਸਗੁਣ ਸਾਕਾਰ ਗੁਰੂਦੇਵ ਦੇ ਸਨਮੁਖ ਇਹਨਾਂ 5 ਮੁਕਤੀਆਂ ਨੂੰ ਵੀ ਗ੍ਰਹਿਣ ਨਹੀਂ ਕਰਦੇ, ਕਾਰਨ ਕਿ ਸਗੁਣ ਸਾਕਾਰ ਰੂਪ ਦੇ ਵਿੱਚ ਗੁਰੂਦੇਵ ਦੀ ਸੇਵਾ ਕਰਦੇ ਹੋਏ ਅੰਮ੍ਰਿਤ ਪ੍ਰਵਚਨਾਂ ਦਾ ਰਸਪਾਨ, ਮਨ ਹਰਨ ਲੀਲਾਵਾਂ ਦਾ ਰਸਪਾਨ, ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੀ ਅਨੁਭੂਤੀ ਦੇ ਵਿੱਚ ਜੋ ਆਨੰਦ ਮਿਲਦਾ ਹੈ ਉਹ ਨਿਰਗੁਣ ਭਗਵਾਨ ਦੇ ਵਿੱਚ ਏਕਾਕਾਰ ਹੋਣ ਦੇ ਨਾਲ ਨਹੀਂ ਮਿਲਦਾ। ਐਸੇ ਸੇਵਕਾਂ ਦੇ ਲਈ ਭਗਤੀ ਯੋਗ ਹੀ ਸਾਧਿਆ ਹੈ। ਇਸ ਦੇ ਦੁਆਰਾ ਮਨੁੱਖ ਤਿੰਨੋਂ ਗੁਣਾਂ ਨੂੰ ਲੰਘ ਕੇ ਦਿਵਯ ਵਿਸ਼ੁੱਧ ਭਗਵਤ ਪ੍ਰੇਮ ਨੂੰ ਪ੍ਰਾਪਤ ਕਰ ਲੈਂਦਾ ਹੈ। ਗੁਰੂ ਸੇਵਾ ਹੀ ਅਸਲ ਸੇਵਾ ਹੈ। ਇਹੀ ਸਭ ਤੋਂ ਉੱਚੀ ਪ੍ਰੇਮ ਭਾਵਨਾ ਹੈ। ਭਗਵਾਨ ਇਸ ਸੇਵਾ ਦੇ ਦਿਵਯ ਮਧੁਰ ਰਸ ਦਾ ਆਸਵਾਦਨ ਕਰਨ ਦੇ ਲਈ ਨਿਤ ਨਿਸ਼ਕਾਮ, ਨਿਤ ਅਤ੍ਰਿਪਤ ਹੋਣ ਤੇ ਵੀ ਸਕਾਮ ਔਰ ਅਤ੍ਰਿਪਤ ਬਣ ਜਾਂਦੇ ਹੈ। ਇसी ਪਰਮ ਸੇਵਾ ਦਾ ਉਪਦੇਸ਼ ਸੰਤ ਮਹਾਤਮਾਵਾਂ ਨੇ ਆਪਣੇ ਜੀਵਨ ਦੇ ਵਿੱਚ ਦਿਖਾਇਆ ਹੈ। ਸੰਤ ਗਿਆਨੇਸ਼ਵਰ ਜੀ ਨੇ ਗਿਆਨੇਸ਼ਵਰੀ ਗੀਤਾ ਦੇ ਵਿੱਚ ਲਿਖਿਆ ਹੈ, ਗੁਰੂ ਸੇਵਾ ਸਮਸਤ ਭਾਗਯ ਦੀ ਜਨਮ ਭੂਮੀ ਹੈ। ਜਿਸ ਦਾ ਵੀ ਬਹੁਤ ਉੱਚਾ ਭਾਗਯ ਹੋਏਗਾ ਉਸਨੇ ਗੁਰੂ ਸੇਵਾ ਦਾ ਅੰਮ੍ਰਿਤ ਪੀਤਾ ਹੋਗਾ, ਕਿਉਂਕਿ ਗੁਰੂ ਸੇਵਾ ਹੀ ਸ਼ੋਕਗ੍ਰਸਤ ਜੀਵਾਂ ਨੂੰ ਬ੍ਰਹਮ ਸਵਰੂਪ ਬਣਾ ਦਿੰਦੀ ਹੈ। ਜੈ ਹੋ। ਗੁਰੂ ਦੀ ਸੇਵਾ ਦੇ ਵਿੱਚ ਉੱਤਮ ਪ੍ਰਕਾਰ ਦੀ ਤਤਪਰਤਾ ਦਿਖਾਉਂਦੇ ਹੋਏ ਸੋਚਦਾ ਹਾਂ ਕਿ ਗੁਰੂਦੇਵ ਦੇ ਉਪਯੋਗ ਦੇ ਵਿੱਚ ਆਉਣ ਵਾਲੀ ਸਮਸਤ ਸਾਧਨਾ ਦੇ ਕੰਮ ਮੈਂ ਇਕੱਲਾ ਹੀ ਕਰ ਲਵਾਂ। ਗੁਰੂ ਜੀ ਦੀ ਦ੍ਰਿਸ਼ਟੀ ਪ੍ਰਤੇਕ ਛਣ ਮੇਰੇ ਉੱਤੇ ਪੈਂਦੀ ਰਹੇ। ਗੁਰੂਦੇਵ ਦੀ ਸੇਵਾ ਨੂੰ ਮੈਂ ਆਪਣੇ ਸਾਤਵਿਕ ਸਮਰਪਿਤ ਗੁਣਾਂ ਦੇ ਨਾਲ, ਸ਼ਿਲਪ ਕਲਾ ਦੇ ਨਾਲ ਵਿਭੂਸ਼ਿਤ ਕਰਾਂ। ਆਪਣੇ ਗੁਰੂਦੇਵ ਦਾ ਦਾਸ ਬਣ ਕੇ ਉਹਨਾਂ ਦੀ ਪਾਦੁਕਾ ਪਹਿਨਾਉਣ ਵਾਲਾ ਬਣ ਜਾਵਾਂ, ਚਵਰ ਡੁਲਾਉਣ ਵਾਲਾ ਬਣ ਜਾਵਾਂ, ਉਹਨਾਂ ਦਾ ਸਮਾਨ ਉਠਾਉਣ ਵਾਲਾ ਬਣ ਜਾਵਾਂ, ਅੱਗੇ ਪਿੱਛੇ ਦੌੜਨ ਵਾਲਾ ਬਣ ਜਾਵਾਂ ਔਰ ਮੈਂ ਹਰ ਵੇਲੇ ਹਜੂਰੀਆ ਬਣ ਜਾਵਾਂ। ਮੈਂ ਮੇਰੇ ਗੁਰੂਦੇਵ ਦੇ ਲਈ ਮੈਂ ਭੋਜਨ ਬਣਾਵਾਂ, ਉਹਨਾਂ ਨੂੰ ਮੈਂ ਨਹਿਲਾਵਾਂ, ਸਭ ਤਰ੍ਹਾਂ ਦੇ ਨਾਲ ਸੇਵਾ ਕਰਦੇ ਹੋਏ ਮੈਂ ਆਪਣੇ ਜੀਵਨ ਨੂੰ ਧਨ ਬਣਾ ਲਵਾਂ। ਮ੍ਰਿਤੂ ਤੋਂ ਬਾਅਦ ਵੀ ਮੇਰੇ ਸਰੀਰ ਦੀ ਮਿੱਟੀ ਉਹਨਾਂ ਦੇ ਮਾਰਗ ਦੇ ਵਿੱਚ ਵਿਛਾ ਦੇਵਾਂ। ਜੀਤੇ ਜੀ ਜਾਂ ਮਰਨ ਤੋਂ ਬਾਅਦ ਗੁਰੂ ਸੇਵਾ ਕੀਤੇ ਬਿਨਾਂ ਨਹੀਂ ਰਹੂੰਗਾ। ਇੱਕ ਪਲ ਦੇ ਲਈ ਵੀ ਗੁਰੂ ਸੇਵਾ ਤੋਂ ਅਲੱਗ ਰਹਿਣਾ ਨਹੀਂ ਚਾਹੁੰਦਾ। ਗੁਰੂ ਸੇਵਾ ਦੇ ਮਹੱਤਵ ਨੂੰ ਗਿਆਨੇਸ਼ਵਰ ਜੀ ਨੇ ਜਤਲਾ ਦਿੱਤਾ। ਕਿਤਨੀ ਮਹਾਨ ਭਾਵਨਾ, ਸ਼ਰਧਾ, ਵਿਸ਼ਵਾਸ ਹੋਣਾ ਚਾਹੀਦਾ ਹੈ ਸਤਿਗੁਰੂ ਸੇਵਾ ਦੇ ਲਈ। ਇਸੀ ਭਾਵਨਾ ਨੂੰ ਸੰਜੋਏ ਹੋਏ ਔਰ
ਕਰਦੇ ਹੋਏ ਉਹ ਮਹਾਨ ਬਣ ਗਏ। ਘਰ ਦੇ ਵਿੱਚ ਆਯੂ ਦੇ ਵਿੱਚ ਸਭ ਤੋਂ ਛੋਟੇ ਹੁੰਦੇ ਹੋਏ ਵੀ ਉਹਨਾਂ ਨੇ ਭਗਤੀ ਦੇ ਆਨੰਦ ਅਰਥਾਤ ਆਤਮ ਤਤਵ ਨੂੰ ਪਾਲਿਆ। ਤਾਂ ਹੀ ਤਾਂ ਕਹਿੰਦੇ ਹੈ ਗੁਰੂ ਸੇਵਾ 84 ਛੂਟੇ, ਆਵਾਗਮਨ ਕਾ ਡੋਰਾ ਟੂਟੇ। गुरु सेवा सु प्रेम प्रकाशे, उन्मत्त होए मिटे जगिया से। गुरु सेवा परमात्म दरसे, तेरे गुण तज चौथा पद पर से। श्री सुखदेव बतायो भेवा, चरण दास कर गुर की सेवा। चरण दास कर गुर की सेवा। ਸੰਤ ਚਰਨ ਦਾਸ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਹੈ ਕਿ ਮੇਰੇ ਗੁਰੂਦੇਵ ਸ਼੍ਰੀ ਸੁਖਦੇਵ ਜੀ ਨੇ ਅਨੁਪਮ ਭੇਦ ਦੱਸਿਆ ਹੈ ਕਿ ਭਗਤੀ ਦਾ ਸਰਲ ਸਾਧਨ ਜੁਟਾਇਆ ਹੈ ਔਰ ਮੈਨੂੰ ਸਨਮਾਰਗ ਤੇ ਲਗਾ ਕੇ ਲਕਸ਼ ਤੇ ਪਹੁੰਚਾਇਆ ਹੈ। ਉਹ ਹੈ ਕਿ ਗੁਰੂ ਸੇਵਾ ਹੀ ਸੰਜੀਵਨੀ ਹੈ। ਗੁਰੂ ਸੇਵਾ ਦੇ ਨਾਲ ਸਭ ਤਰ੍ਹਾਂ ਦੇ ਰੋਗ ਸ਼ੋਕ ਸੰਤਾਪ ਦੂਰ ਹੋ ਜਾਂਦੇ ਹੈ। ਇੱਥੋਂ ਤੱਕ ਕਿ ਮਹਾ ਕਠਿਨ 84 ਲੱਖ ਜੋਨੀਆਂ ਦੀ ਵਿਕਟ ਸ਼੍ਰਿੰਖਲਾ ਵੀ ਕੱਟ ਜਾਂਦੀ ਹੈ। ਗੁਰੂ ਸੇਵਾ ਦੇ ਨਾਲ ਹਿਰਦੇ ਦੇ ਵਿੱਚ ਪ੍ਰੇਮ ਪ੍ਰਗਟ ਹੁੰਦਾ ਹੈ। ਪ੍ਰਭੂ ਪਰਮਾਤਮਾ ਦੇ ਪ੍ਰਤੀ ਇਸ ਦਿਵਯ ਪ੍ਰੇਮ ਦੇ ਵਿੱਚ ਆਨੰਦ ਵਿਭੋਰ ਹੋ ਕੇ ਅੰਮ੍ਰਿਤ ਰਸ ਪੀ ਕੇ ਜਗਤ ਦੀ ਝੂਠੀ ਵਾਸਨਾਵਾਂ ਕਾਮਨਾਵਾਂ ਤੋਂ ਛੁਟਕਾਰਾ ਮਿਲਦਾ ਹੈ। ਗੁਰੂ ਦੀ ਸੇਵਾ ਤੋਂ ਨਿਰਗੁਣ ਨਿਰਾਕਾਰ ਪਰਮਾਤਮਾ ਦੀ ਜੋਤ ਦੇ ਦਰਸ਼ਨ ਹੁੰਦੇ ਹੈ। ਗੁਰੂ ਦੀ ਸੇਵਾ ਦਾ ਫਲ ਅਸੀਮ ਹੈ, ਅਪਾਰ ਹੈ ਔਰ ਮਾਨਵ ਜੀਵਨ ਦਾ ਆਧਾਰ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਖੁਦ ਪਰਮਾਰਥ ਹਿਤ ਮਾਨਵ ਰੂਪ ਦੇ ਵਿੱਚ ਅਵਤਰਿਤ ਹੋਏ। ਉਹਨਾਂ ਨੇ ਸੰਸਾਰ ਦੇ ਵਿੱਚ ਆਦਰਸ਼ ਸਥਾਪਿਤ ਕਰਨ ਦੇ ਲਈ ਕਰਤੱਵਯ ਕਰਮਾਂ ਦਾ ਪਾਲਨ ਕਰਕੇ ਦਿਖਾਇਆ ਔਰ ਫਰਮਾਇਆ ਕਿ ਮੈਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ, ਪਰ ਮਨੁੱਖ ਆਲਸੀ ਨਾ ਬਣ ਜਾਵੇ, ਕਰਤੱਵਯ ਕਰਮ ਤੋਂ ਵਿਮੁਖ ਨਾ ਹੋ ਜਾਵੇ। ਇਸ ਲਈ ਸਭ ਕੁਝ ਮੈਂ ਖੁਦ ਕਰਮ ਕਰਦਾ ਹਾਂ, ਜਿਸ ਤਰ੍ਹਾਂ ਸਭ ਨੂੰ ਕਰਨਾ ਚਾਹੀਦਾ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਚੰਦਰ ਜੀ ਨੇ ਗੁਰੂ ਸੰਦੀਪਨ ਦੇ ਆਸ਼ਰਮ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਯੱਗ ਦੀ ਲੱਕੜੀ ਕੱਟ ਕੇ ਲਿਆਣਾ, ਝਾੜੂ ਲਗਾਣਾ, ਪਾਣੀ ਭਰਨਾ, ਅਨੰਨਯ ਸਭੀ ਪ੍ਰਕਾਰ ਦੀ ਸੇਵਾ ਦੇ ਵਿੱਚ ਹਿੱਸਾ ਲਿੱਤਾ। ਇਹ ਇੱਕ ਕਰਤੱਵਯਨਿਸ਼ਟ ਸ਼ਿਸ਼ ਹੀ ਜਾਣਦਾ ਹੈ ਕਿ ਗੁਰੂ ਸੇਵਾ ਕਰਨ ਦੇ ਨਾਲ ਕਿਸ ਪ੍ਰਕਾਰ ਸਕਾਮਤਾ ਨਿਸ਼ਕਾਮਤਾ ਦੇ ਵਿੱਚ ਬਦਲ ਜਾਂਦੀ ਹੈ। ਖਿਨ ਹਿਰਦੇ ਆਨੰਦਿਤ ਹੋ ਉੱਠਦਾ ਹੈ। ਹਿਰਦੇ ਦੇ ਵਿੱਚ ਪ੍ਰੇਮ ਭਗਤੀ ਦਾ ਬੀਜ ਅੰਕੁਰਿਤ ਪਲਵਿਤ ਹੋ ਕੇ ਦਿਵਯ ਆਨੰਦ ਦਾ ਵਿਸ਼ਾਲ ਵ੍ਰਿਕਸ਼ ਬਣ ਜਾਂਦਾ ਹੈ। ਇਹ ਅਨੁਪਮ ਅਦਵਿਤਯ ਮਸਤੀ ਜੀਵਨ ਦੇ ਵਿੱਚ ਬਹਾਰ ਲੈ ਕੇ ਆਉਂਦੀ ਹੈ। ਸੰਤ ਸਤਪੁਰਸ਼ ਫਰਮਾਉਂਦੇ ਹੈ ਕਿ ਗੁਰੂ ਸੇਵਾ ਭਗਤੀ ਰੂਪੀ ਵ੍ਰਿਕਸ਼ ਦਾ ਮਧੁਰ ਫਲ ਪ੍ਰਦਾਨ ਕਰਨ ਵਾਲੀ ਹੈ। ਬੋਲੀਏ ਸ਼੍ਰੀ ਅਨੰਦਪੁਰ ਵਾਸੀ ਭਗਵਾਨ ਕੀ ਜੈ। ਪ੍ਰੇਮੀ ਸੇਵਕ ਜਿਗਿਆਸੂ ਬਣਕਰ ਅਸੀਂ ਵੀ ਸਤਿਗੁਰ ਦੇ ਦਵਾਰ ਤੇ ਜਾ ਕੇ ਨਿਸ਼ਕਾਮ ਸੇਵਾ ਕਰੀਏ। ਮਾਨਵ ਜੀਵਨ ਨੂੰ ਖੁਸ਼ੀਆਂ ਨਾਲ ਭਰੀਏ, ਭਵ ਸਾਗਰ ਤੋਂ ਤਰੇ ਔਰ ਪ੍ਰੇਮ ਵਿਭੋ ਕਰ ਗਾਏ। सेवक बन गुरु सेवा करिए, जन्म मरण के दुख सब हरिए। सेवा करे अपने भाग मनाए, अमृत वेले गुरु दर्शन पाइए। बोलो जयकारा बोल मेरे श्री गुरु महाराज की जय। भक्ति दान मोह दीजिए गुरुदेवन के देव, और नहीं कछु चाहिए निश दिन तुमरी सेव। बोल मेरे सत्य गुरा की जय, बोल भई सब संतन की जय। पद पंकज की रेणु से तन मन पावन होत, तिमिर अविद्या का मिटे जगे ज्ञान की जोत। बोल मेरे सत्य गुरा की जय, बोल भई सब संतन की जय।
मन सौंपे गुरु चरण में, सुरती शब्द ठहराए। ऐसे सेवक के कभी काल निकट नहीं आए। बोल मेरे सत्य गुरा की जय, बोल बे सब संतन की जय। जो जन श्रद्धा से करे चरण कमल की सेव, सतगुरु चरण कमल की सेव। वरद हस्त से पाए वो, भक्ति मुक्ति का मेव। बोल बई सब संतन की जय, बोल बई सत्य गुरा की जय। बिन तुध होर जो मंगना, सिर दुखा दे दुख दे। नाम संतोखिया, उतरे मन दी भूख। बोल मेरे सत्य गुरा की जय, बोल बई सब संतन की जय। बोलिए श्री अनंतपुर वासी भगवान की जय। बोलो अपने अपने गुरुदेव महाराज की जय।